ਕਰੀਬ 160 ਮਿਲੀਅਨ ਸਾਲਾਂ ਤੱਕ ਧਰਤੀ ਤੇ ਆਪਣਾ ਰਾਜ ਕਰਨ ਤੋਂ ਬਾਅਦ ਜਦੋਂ ਡਾਇਨਾਸੌਰ ਦਾ ਅੰਤ ਹੋਇਆ, ਉਸ ਤੋਂ ਬਾਅਦ ਸੱਤਾ ਜਿਸ ਦੇ ਹੱਥ ਵਿੱਚ ਆਈ ਉਹ ਸਨ ਮੈਮਲਸ। 6.5 ਕਰੋੜ ਸਾਲ ਤੱਕ ਜਦੋਂ ਡਾਇਨਾਸੌਰ ਆਪਣੀ ਤਾਕਤ ਦੇ ਜ਼ੋਰ ਤੇ ਜੰਗਲ ਦੇ ਰਾਜ ਨੂੰ ਦਬਾ ਕੇ ਰੱਖਦੇ ਸਨ, ਉਦੋਂ ਇਹ ਜੀਵ ਵੀ ਉਸ ਜੰਗਲ ਦਾ ਹੀ ਹਿੱਸਾ ਸਨ। ਪਰ ਇਹਨਾਂ ਦੀ ਮੌਜੂਦਗੀ ਡਾਇਨਾਸੌਰ ਵਰਗੇ ਜਾਨਵਰਾਂ ਅੱਗੇ ਕੁਝ ਵੀ ਨਹੀਂ ਸੀ। ਡਾਇਨਾਸੌਰ ਨੂੰ ਤਾਕਤ ਨਾਲ ਜਿੱਤਣਾ ਤਾਂ ਅਸੰਭਵ ਸੀ, ਪਰ ਆਉਣ ਵਾਲਾ ਭਵਿੱਖ ਮੈਮਲਸ ਦੇ ਨਾਮ ਲਿਖਿਆ ਜਾ ਚੁੱਕਿਆ ਸੀ। ਦੋਸਤੋ, 6 ਕਰੋੜ ਸਾਲ ਪਹਿਲਾਂ ਐਸਟਰੋਇਡ ਦੀ ਤਬਾਹੀ ਡਾਇਨਾਸੌਰ ਦੀ ਮੌਤ ਆਪਣੇ ਨਾਲ ਲੈ ਕੇ ਆਈ। ਐਸਟਰੋਇਡ ਦੇ ਧਰਤੀ ਨਾਲ ਟਕਰਾਉਂਦੇ ਹੀ ਡਾਇਨਾਸੌਰ ਨੇ ਆਪਣਾ ਸਭ ਕੁਝ ਗਵਾ ਦਿੱਤਾ। ਕੁਝ ਪ੍ਰਜਾਤੀਆਂ ਨੇ ਤਾਂ ਛੇਤੀ ਹੀ ਆਪਣਾ ਦਮ ਤੋੜ ਦਿੱਤਾ ਤੇ ਬਾਕੀ ਬਚੀ 10% ਆਬਾਦੀ ਵੀ ਹੌਲੀ-ਹੌਲੀ ਅਲੋਪ ਹੋ ਗਈ। ਆਓ ਹੁਣ ਸ਼ੁਰੂ ਕਰਦੇ ਹਾਂ ਅੱਗੇ ਦੇ ਸਫ਼ਰ ਨੂੰ ਤੇ ਜਾਣਦੇ ਹਾਂ ਕਿ ਇਸ 10% ਆਬਾਦੀ ਨੂੰ ਕਿਸ ਦੌਰ ਤੋਂ ਗੁਜ਼ਰਨਾ ਪਿਆ ਤੇ ਫਿਰ ਇਨਸਾਨ ਦਾ ਜਨਮ ਕਿਵੇਂ ਹੋਇਆ। ਡਾਇਨਾਸੌਰ ਦਾ ਅੰਤ ਮੈਮਲਸ ਦੇ ਲਈ ਉਹ ਸੁਨਹਿਰੀ ਮੌਕਾ ਸੀ ਜੋ ਰੈਪਟਾਈਲਸ ਦੇ ਖਤਮ ਹੋਣ ਨਾਲ ਡਾਇਨਾਸੌਰਸ ਨੂੰ ਮਿਲਿਆ ਸੀ। ਸਾਫ਼ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਹੁਣ ਜੰਗਲ ਵਿੱਚ ਉਹਨਾਂ ਨੂੰ ਆਪਣੀ ਤਾਕਤ ਸਥਾਪਿਤ ਕਰਨ ਦਾ ਮੌਕਾ ਮਿਲ ਗਿਆ ਸੀ। ਜੰਗਲ ਦੀ ਦੁਨੀਆ ਵਿੱਚ ਮੈਮਲਸ ਉਹ ਪ੍ਰਜਾਤੀ ਸੀ ਜਿਹੜੀ ਡਾਇਨਾਸੌਰਸ ਦੇ ਸਮੇਂ ਵਿੱਚ ਵੀ ਮੌਜੂਦ ਸੀ। ਆਕਾਰ ਵਿੱਚ ਛੋਟੇ ਹੋਣ ਕਰਕੇ ਇਹ ਜੀਵ ਅੱਜ ਦੇ ਮੌਜੂਦਾ ਚੂਹੇ ਵਰਗੇ ਸਨ। ਵੇਖਿਆ ਜਾਵੇ ਤਾਂ ਮੈਮਲਸ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਸੀ। ਇਸ ਥਣਧਾਰੀ ਜੀਵ ਨੇ ਪਰਿਸਥਿਤੀਆਂ ਦੇ ਅਨੁਕੂਲ ਆਪਣੇ ਆਪ ਨੂੰ ਢਾਲ ਕੇ ਰਹਿਣਾ ਸਿੱਖ ਲਿਆ ਸੀ। ਫਿਰ ਜਦੋਂ ਐਸਟਰੋਇਡ ਦੇ ਟਕਰਾਉਣ ਨਾਲ ਵਿਨਾਸ਼ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਇਹਨਾਂ ਨੇ ਵੀ ਆਪਣੇ ਕਈ ਸਾਥੀਆਂ ਨੂੰ ਖੋ ਦਿੱਤਾ, ਪਰ ਇਹ ਆਪਣੀ ਨਸਲ ਨੂੰ ਬਚਾਉਣ ਵਿੱਚ ਸਫਲ ਰਹੇ। ਇਸ ਮਹਾਵਿਨਾਸ਼ ਦੀ ਗਰਮੀ ਤੋਂ ਬਚਣ ਲਈ ਮੈਮਲਸ ਨੇ ਜ਼ਮੀਨ ਦੇ ਹੇਠਾਂ ਰਹਿਣਾ ਸ਼ੁਰੂ ਕਰ ਦਿੱਤਾ। ਚੂਹਿਆਂ ਨੂੰ ਆਕਾਰ ਵਿੱਚ ਛੋਟੇ ਹੋਣ ਦਾ ਫਾਇਦਾ ਹੋਇਆ, ਜਦ ਕਿ ਡਾਇਨਾਸੌਰਸ ਦਾ ਵਿਸ਼ਾਲ ਆਕਾਰ ਹੀ ਉਹਨਾਂ ਦੇ ਵਿਨਾਸ਼ ਦਾ ਕਾਰਨ ਬਣਿਆ। ਜ਼ਮੀਨ ਦੇ ਹੇਠਾਂ ਰਹਿੰਦਿਆਂ ਮੈਮਲਸ ਨੂੰ ਗਰਮੀ ਤੋਂ ਰਾਹਤ ਮਿਲੀ ਤੇ ਭੋਜਨ ਦੇ ਲਈ ਉਹਨਾਂ ਨੇ ਕਈ ਤਰ੍ਹਾਂ ਦੇ ਜੀਵਾਂ ਤੇ ਕੀੜਿਆਂ ਨੂੰ ਆਪਣਾ ਸ਼ਿਕਾਰ ਬਣਾਇਆ। ਧਰਤੀ ਦੀ ਉੱਪਰਲੀ ਸਤ੍ਹਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਹੋਣ ਵਾਲੇ ਵਾਤਾਵਰਣ ਦੇ ਬਦਲਾਅ ਜੀਵਾਂ ਨੂੰ ਤਿਲ-ਤਿਲ ਕਰਕੇ ਮਾਰ ਰਹੇ ਸਨ। ਐਸਟਰੋਇਡ ਦੇ ਟਕਰਾਉਣ ਨਾਲ ਪੈਦਾ ਹੋਣ ਵਾਲੀ ਗਰਮੀ ਤੇ ਧੂਲ ਮਿੱਟੀ ਦੇ ਬੱਦਲਾਂ ਨੇ ਸਾਰੇ ਵਾਤਾਵਰਣ ਨੂੰ ਢੱਕ ਲਿਆ ਸੀ। ਹੁਣ ਧਰਤੀ ਤੇ ਸੂਰਜ ਦੀ ਰੌਸ਼ਨੀ ਤੱਕ ਵੀ ਨਹੀਂ ਪਹੁੰਚ ਰਹੀ ਸੀ, ਪਰ ਧਰਤੀ ਦੀ ਸਤ੍ਹਾ ਤੇ ਮੌਜੂਦ ਗਰਮੀ ਕਰਕੇ ਬਹੁਤ ਸਾਰੇ ਜੀਵ ਮਾਰੇ ਜਾ ਚੁੱਕੇ ਸਨ। ਕਈ ਸਾਲਾਂ ਤੱਕ ਜਦੋਂ ਇਹ ਵਿਨਾਸ਼ਕਾਰੀ ਸਿਲਸਿਲਾ ਜਾਰੀ ਰਿਹਾ ਤਾਂ ਪ੍ਰਕਿਰਤੀ ਦੇ ਪੇੜ ਪੌਦੇ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਸਨ। ਪ੍ਰਕਿਰਤੀ ਦਾ ਬਣਾਇਆ ਹੋਇਆ ਪੂਰਾ ਈਕੋਸਿਸਟਮ ਹਿੱਲ ਗਿਆ ਸੀ। ਸੂਰਜ ਦੀ ਰੌਸ਼ਨੀ ਨਾ ਮਿਲਣ ਕਰਕੇ ਹੌਲੀ-ਹੌਲੀ ਸਾਰੀ ਪ੍ਰਿਥਵੀ ਠੰਡੀ ਹੁੰਦੀ ਜਾ ਰਹੀ ਸੀ, ਪਰ ਹੁਣ ਤੱਕ ਡਾਇਨਾਸੌਰਸ ਦੀ ਆਬਾਦੀ ਵੀ ਪੂਰੀ ਤਰ੍ਹਾਂ ਅਲੋਪ ਹੋ ਚੁੱਕੀ ਸੀ। ਬਸ ਜੇਕਰ ਬਚੇ ਸਨ ਤਾਂ ਸਿਰਫ 5% ਜਾਨਵਰ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੈਮਲਸ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਇਹ ਮਹਾਵਿਨਾਸ਼ ਦੇ ਪ੍ਰਵਾਹ ਦੇ ਰੁਕ ਜਾਣ ਤੋਂ ਬਾਅਦ ਧੂਲ ਮਿੱਟੀ ਦੇ ਬੱਦਲਾਂ ਨੇ ਛੱਟਣਾ ਸ਼ੁਰੂ ਕਰ ਦਿੱਤਾ। ਧਰਤੀ ਤੇ ਇੱਕ ਵਾਰ ਫਿਰ ਵਾਤਾਵਰਣ ਅਨੁਕੂਲ ਹੋਣਾ ਸ਼ੁਰੂ ਹੋ ਗਿਆ। ਧਰਤੀ ਤੇ ਈਕੋਸਿਸਟਮ ਫਿਰ ਤੋਂ ਆਪਣੇ ਪੁਰਾਣੇ ਪੜਾਅ ਵਿੱਚ ਆਉਣ ਲੱਗਿਆ। ਉਸ ਸਮੇਂ ਮੈਮਲਸ ਦੀ ਪ੍ਰਜਾਤੀ 5% ਤੱਕ ਹੀ ਸੀਮਿਤ ਸੀ, ਪਰ ਅਨੁਕੂਲ ਰੇਡੀਏਸ਼ਨ ਦੇ ਚੱਲਦੇ ਮੈਮਲਸ ਵਿਕਸਿਤ ਹੋਣੇ ਸ਼ੁਰੂ ਹੋ ਗਏ ਅਤੇ ਇਹਨਾਂ ਵਿੱਚੋਂ ਕਈ ਨਵੀਆਂ ਪ੍ਰਜਾਤੀਆਂ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ। ਇਸ ਪ੍ਰਕਿਰਿਆ ਵਿੱਚ ਅੱਜ ਤੋਂ ਲਗਭਗ 5.5 ਕਰੋੜ ਸਾਲ ਪਹਿਲਾਂ ਬਾਂਦਰਾਂ ਨੇ ਜਨਮ ਲਿਆ। ਤੁਹਾਨੂੰ ਦੱਸ ਦਈਏ ਕਿ ਸ਼ੁਰੂਆਤੀ ਬਾਂਦਰਾਂ ਦੀ ਬਣਾਵਟ ਅੱਜ ਦੇ ਬਾਂਦਰਾਂ ਤੋਂ ਕਾਫੀ ਅਲੱਗ ਸੀ। ਇਹਨਾਂ ਦੀਆਂ ਅੱਖਾਂ ਅੱਗੇ ਨੂੰ ਵਧੀਆਂ ਹੋਈਆਂ ਸਨ ਤੇ ਸਰੀਰ ਦੀ ਬਣਾਵਟ ਛੋਟੀ ਸੀ, ਪਰ ਇਹ ਸਰੀਰਕ ਬਣਾਵਟ ਲੰਬੇ ਸਮੇਂ ਤੱਕ ਇੱਕੋ ਜਿਹੀ ਨਹੀਂ ਸੀ ਰਹਿਣ ਵਾਲੀ। ਈਓਸੀਨ ਯੁੱਗ ਦੇ ਇਸ ਪੀਰੀਅਡ ਵਿੱਚ ਪ੍ਰਾਈਮੇਟਸ ਦੇ ਸਿਰ ਵਿੱਚ ਇੱਕ ਅਜਿਹਾ ਵਿਕਾਸ ਹੋਇਆ ਜਿਸ ਕਰਕੇ ਇਹਨਾਂ ਦੀ ਰੀੜ੍ਹ ਦੀ ਹੱਡੀ ਵਿੱਚ ਵੀ ਬਦਲਾਅ ਆਇਆ। ਫਿਰ ਇਹ 4 ਪੈਰਾਂ ਦੀ ਜਗ੍ਹਾ 2 ਪੈਰਾਂ ਤੇ ਖੜੇ ਹੋਣਾ ਸਿੱਖ ਗਏ। ਖੈਰ, ਪ੍ਰਾਈਮੇਟਸ ਤੋਂ ਇਲਾਵਾ ਵਿਕਾਸ ਇਸ ਧਰਤੀ ਤੇ ਮੌਜੂਦ ਪੇੜ ਪੌਦੇ ਤੇ ਵਾਤਾਵਰਣ ਵਿੱਚ ਵੀ ਹੋ ਰਿਹਾ ਸੀ। ਉਹ ਪੂਰੀ ਤਰ੍ਹਾਂ ਇੱਕ ਸਧਾਰਨ ਰੂਪ ਵਿੱਚ ਆ ਚੁੱਕੇ ਸਨ। ਕਰੀਬ 4.5 ਕਰੋੜ ਸਾਲ ਪਹਿਲਾਂ
ਬਦਲਾਅ ਦੇ ਨਾਲ ਸਾਡੇ ਦਿਨ 24 ਘੰਟਿਆਂ ਦੇ ਹੋ ਗਏ ਸਨ। ਇਸ ਦੇ ਨਾਲ ਹੀ ਸਾਡੀ ਪਲੇਟ ਟੈਕਟੋਨਿਕਸ ਵਿੱਚ ਵੀ ਹਲਚਲ ਪੈਦਾ ਹੋਈ। ਹੁਣ ਤੱਕ ਸਾਡੇ ਸਾਰੇ ਦੀਪ ਆਪੋ ਆਪਣੀ ਸਥਿਤੀ ਵਿੱਚ ਸਨ। ਸਿਰਫ ਇੱਕ ਤਰਫ ਨਵੀਂ ਸਿਰਜਣਾ ਹੋਣੀ ਬਾਕੀ ਸੀ, ਜਿਸ ਕਰਕੇ ਦੋ ਵੱਡੇ ਮਹਾਦੀਪ ਆਪਣੇ ਸਥਾਨ ਤੋਂ ਖਿਸਕ ਕੇ ਇੱਕ ਦੂਜੇ ਦੇ ਕਰੀਬ ਆ ਗਏ। ਇਹ ਉਹੀ ਦੀਪ ਸਨ ਜਿਸ ਨੂੰ ਅਸੀਂ ਅੱਜ ਭਾਰਤ ਦੇ ਨਾਮ ਨਾਲ ਜਾਣਦੇ ਹਾਂ। ਭਾਰਤ ਨੇ ਅਫਰੀਕਾ ਤੋਂ ਅੱਡ ਹੋ ਕੇ ਏਸ਼ੀਆ ਤੱਕ ਪਹੁੰਚਣ ਲਈ ਲੱਖਾਂ ਕਰੋੜਾਂ ਸਾਲ ਲਾ ਦਿੱਤੇ। ਇਸ ਤਰ੍ਹਾਂ ਜਦੋਂ ਇਹ ਟੈਕਟੋਨਿਕਸ ਪਲੇਟ ਏਸ਼ੀਆ ਨਾਲ ਜਾ ਮਿਲੇ ਤਾਂ ਹਿਮਾਲਿਆ ਰੇਂਜ ਦਾ ਨਿਰਮਾਣ ਹੋਇਆ। ਇਸ ਨਿਰਮਾਣ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਹੋਈਆਂ, ਜਿਸ ਦੇ ਚੱਲਦਿਆਂ ਉੱਤਰ ਵਿੱਚ ਭਾਰਤ ਦੀ ਭੂਗੋਲਿਕ ਸਥਿਤੀ ਬਦਲ ਗਈ। ਇਸ ਦੇ ਨਾਲ ਹੀ ਮੌਸਮ ਦੇ ਪੈਟਰਨ ਵਿੱਚ ਵੀ ਭਾਰੀ ਬਦਲਾਅ ਆਇਆ। ਇਸ ਟਕਰਾਅ ਦੇ ਚੱਲਦਿਆਂ ਦੁਨੀਆ ਦੇ ਸਭ ਤੋਂ ਵੱਡੇ ਪਹਾੜ ਮਾਊਂਟ ਐਵਰੈਸਟ ਦਾ ਨਿਰਮਾਣ ਹੋਇਆ। ਇਸ ਦੇ ਨਿਰਮਾਣ ਦੇ ਨਾਲ ਹੀ ਇਹ ਵੀ ਤੈਅ ਹੋ ਗਿਆ ਕਿ ਆਉਣ ਵਾਲੇ ਭਵਿੱਖ 'ਚ ਭਾਰਤ ਵਿੱਚ ਕਈ ਵੱਡੀਆਂ ਨਦੀਆਂ ਦਾ ਵੀ ਨਿਰਮਾਣ ਹੋਣ ਵਾਲਾ ਹੈ, ਜੋ ਇਸ ਪੂਰੇ ਦੀਪ ਦੀ ਬਣਾਵਟ ਨੂੰ ਕਾਫੀ ਹੱਦ ਤੱਕ ਬਦਲਣ ਵਾਲਾ ਸੀ। ਜਿੱਥੇ ਇੱਕ ਪਾਸੇ ਧਰਤੀ ਦੇ ਹਰ ਮਹਾਦੀਪ ਵਿੱਚ ਵਿਕਾਸ ਸ਼ੁਰੂ ਹੋ ਗਿਆ ਸੀ, ਉੱਥੇ ਹੀ ਦੂਜੇ ਪਾਸੇ ਐਵੋਲੂਸ਼ਨ ਦੀ ਹੋੜ ਵਿੱਚ ਜਾਨਵਰ ਵੀ ਆਪਣੇ ਆਪ ਨੂੰ ਕਾਫੀ ਹੱਦ ਤੱਕ ਬਦਲ ਰਹੇ ਸਨ। ਜੰਗਲਾਂ ਵਿੱਚ ਵੀ ਭਾਰੀ ਗਿਰਾਵਟ ਆਉਣ ਕਰਕੇ ਗ੍ਰਾਸਲੈਂਡਸ ਦਾ ਨਿਰਮਾਣ ਹੋ ਰਿਹਾ ਸੀ। ਉਧਰ ਜਾਨਵਰ ਵੀ ਘਾਹ ਦੇ ਮੈਦਾਨਾਂ ਵਿੱਚ ਰਹਿਣ ਲਈ ਅਡਾਪਟ ਹੋ ਰਹੇ ਸਨ ਤੇ ਨਾਲ ਹੀ ਕਈ ਨਵੀਆਂ ਪ੍ਰਜਾਤੀਆਂ ਦਾ ਵੀ ਵਿਕਾਸ ਹੋ ਰਿਹਾ ਸੀ, ਜੋ ਗ੍ਰਾਸਲੈਂਡ ਵਿੱਚ ਆਪਣਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਰਾਣੇ ਮੈਮਲਸ ਵਿੱਚ ਭਾਵੇਂ ਦੂਜੇ ਜਾਨਵਰਾਂ ਨੂੰ ਮਾਰ ਕੇ ਖਾਣ ਦੀ ਤਾਕਤ ਨਹੀਂ ਸੀ, ਪਰ ਹੁਣ ਵਿਕਸਿਤ ਮੈਮਲਸ ਨੇ ਦੂਜੇ ਜਾਨਵਰਾਂ ਦਾ ਸ਼ਿਕਾਰ ਕਰਕੇ ਉਹਨਾਂ ਨੂੰ ਮਾਰਨ ਦੀ ਤਾਕਤ ਇਕੱਠੀ ਕਰ ਲਈ ਸੀ ਅਤੇ ਉਹ ਦੂਜੇ ਜਾਨਵਰਾਂ ਤੇ ਆਪਣਾ ਦਬਦਬਾ ਬਣਾਉਣ ਵਿੱਚ ਵੀ ਕਾਇਮ ਹੋ ਰਹੇ ਸਨ। ਹੁਣ ਜੰਗਲ ਵਿੱਚ ਮੈਮਲਸ ਦੀ ਉਹੀ ਸਥਿਤੀ ਸੀ ਜੋ ਕਦੇ ਧਰਤੀ ਤੇ ਰਾਜ ਕਰਨ ਵਾਲੇ ਡਾਇਨਾਸੌਰਸ ਦੀ ਹੋਇਆ ਕਰਦੀ ਸੀ। ਲਗਭਗ 1 ਕਰੋੜ ਸਾਲ ਪਹਿਲਾਂ ਧਰਤੀ ਆਪਣੇ ਉਸ ਰੂਪ ਵਿੱਚ ਆ ਚੁੱਕੀ ਸੀ ਜਿਵੇਂ ਕਿ ਉਹ ਅੱਜ ਸਾਨੂੰ ਦਿਖਾਈ ਦਿੰਦੀ ਹੈ। ਵਾਤਾਵਰਣ ਤੋਂ ਲੈ ਕੇ ਪੇੜ ਪੌਦਿਆਂ ਤੱਕ ਸਭ ਕੁਝ ਆਪਣੇ ਫੁੱਲੀ ਇਵੋਲਵਡ ਰੂਪ ਵਿੱਚ ਸੀ। ਕਹਿਣ ਨੂੰ ਤਾਂ ਧਰਤੀ ਤੇ ਸਭ ਕੁਝ ਸੀ, ਪਰ ਹੁਣ ਵੀ ਇੱਕ ਪ੍ਰਜਾਤੀ ਸੀ ਜੋ ਧਰਤੀ ਤੋਂ ਗਾਇਬ ਸੀ। ਉਹ ਪ੍ਰਜਾਤੀ ਆਉਣ ਵਾਲੇ ਭਵਿੱਖ ਵਿੱਚ ਧਰਤੀ ਦੇ ਇਤਿਹਾਸ ਨੂੰ ਬਦਲਣ ਵਾਲੀ ਸੀ। ਜੀ ਹਾਂ, ਇਹ ਪ੍ਰਜਾਤੀ ਸੀ ਇਨਸਾਨਾਂ ਦੀ। ਲਗਭਗ 40 ਲੱਖ ਸਾਲ ਪਹਿਲਾਂ ਪ੍ਰਿਥਵੀ ਤੇ ਇੱਕ ਬਹੁਤ ਵੱਡੀ ਹਲਚਲ ਹੋਈ। ਅਫਰੀਕਾ ਦੀਪ ਦੇ ਪੂਰਬੀ ਇਲਾਕੇ ਵਿੱਚ ਇੱਕ ਨਵੀਂ ਮਾਊਂਟੇਨ ਰੇਂਜ ਬਣੀ, ਜਿਸ ਨੂੰ ਅੱਗੇ ਚੱਲ ਕੇ ਈਸਟ ਅਫਰੀਕਨ ਰਿਫਟ ਦੇ ਨਾਮ ਨਾਲ ਜਾਣਿਆ ਗਿਆ। ਇਸ ਨਾਲ ਭੂਗੋਲਿਕ ਸਥਿਤੀ ਵਿੱਚ ਹੀ ਬਦਲਾਅ ਨਹੀਂ ਆਇਆ, ਸਗੋਂ ਮੌਸਮੀ ਹਵਾ ਵੀ ਬਦਲ ਗਈ। ਉੱਥੋਂ ਦੇ ਜੰਗਲਾਂ ਵਿੱਚ ਮੌਸਮੀ ਹਵਾ ਦਾ ਪ੍ਰਵਾਹ ਖਤਮ ਹੋ ਗਿਆ, ਜਿਸ ਕਰਕੇ ਨਮੀ ਦੀ ਕਮੀ ਹੋਣ ਕਾਰਨ ਜੰਗਲਾਂ ਨੇ ਸੁੱਕਣਾ ਸ਼ੁਰੂ ਕਰ ਦਿੱਤਾ। ਬਾਰਿਸ਼ ਨਾ ਹੋਣ ਕਰਕੇ ਅਫਰੀਕਾ ਦਾ ਇਹ ਇਲਾਕਾ ਕਾਫੀ ਡਰਾਈ ਹੋ ਗਿਆ, ਪਰ ਇਸ ਜੰਗਲ ਵਿੱਚ ਰਹਿਣ ਵਾਲੇ ਜਾਨਵਰਾਂ ਨੇ ਹਾਰ ਨਹੀਂ ਮੰਨੀ। ਅਫਰੀਕਾ ਦੇ ਇਸੇ ਖੇਤਰ ਵਿੱਚ ਰਹਿੰਦੇ ਸਨ ਪਾਇਰੋਲਾਪਥੇਕਸ, ਜੋ ਅੱਗੇ ਚੱਲ ਕੇ ਆਪਣੇ ਪੂਰਵਜ ਬਣੇ। ਦਰਖਤਾਂ ਤੇ ਰਹਿਣ ਵਾਲੇ ਇਹ ਬਾਂਦਰ ਇੱਕ ਟਾਹਣੀ ਤੋਂ ਦੂਜੀ ਟਾਹਣੀ ਤੇ ਜਾਣ ਲਈ ਆਪਣੇ ਹੱਥਾਂ ਦਾ ਸਹਾਰਾ ਲੈਂਦੇ ਸਨ ਤੇ ਕਦੇ-ਕਦੇ ਦਰਖਤਾਂ ਤੇ ਆਪਣੇ 2 ਪੈਰਾਂ ਤੇ ਵੀ ਖੜੇ ਹੋ ਜਾਂਦੇ ਸਨ। ਉਂਝ ਤਾਂ ਇਹ ਜ਼ਮੀਨ ਉੱਤੇ ਚੱਲਣ ਦੇ ਕਾਬਲ ਨਹੀਂ ਹੋਏ ਸਨ, ਪਰ ਖੜੇ ਹੋਣ ਦੀ ਸ਼ਮਤਾ ਇਹਨਾਂ ਵਿੱਚ ਪਹਿਲਾਂ ਤੋਂ ਹੀ ਵਿਕਸਿਤ ਹੋ ਗਈ ਸੀ। ਇਸ ਤੋਂ ਪਤਾ ਚੱਲਦਾ ਹੈ ਕਿ 2 ਪੈਰਾਂ ਤੇ ਚੱਲਣਾ ਇਨਸਾਨ ਦੀ ਨਹੀਂ, ਬਾਂਦਰ ਦੀ ਖੋਜ ਸੀ। ਫਰਕ ਬਸ ਇਹ ਸੀ ਕਿ ਉਹ ਦਰਖਤਾਂ ਤੇ ਰਹਿੰਦੇ ਸਨ। ਪਰ ਜਲਵਾਯੂ ਪਰਿਵਰਤਨ ਦੇ ਚੱਲਦੇ ਇਹ ਛੇਤੀ ਹੀ ਜ਼ਮੀਨ ਉੱਤੇ ਉਤਰਨ ਵਾਲੇ ਸਨ। ਇਹਨਾਂ ਵਿੱਚੋਂ ਕਈ ਪ੍ਰਜਾਤੀਆਂ ਚਿੰਪਾਂਜੀ ਦੇ ਰੂਪ ਵਿੱਚ ਵਿਕਸਿਤ ਹੋਈਆਂ ਤੇ ਕੁਝ ਇਨਸਾਨ ਬਣਨ ਲਈ ਵਿਕਸਿਤ ਹੋਈਆਂ। ਇਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਆਪਣੇ ਵਿਸਥਾਰ ਦੇ ਲਈ ਦਰਖਤਾਂ ਤੋਂ ਉਤਰ ਕੇ ਜ਼ਮੀਨ ਦਾ ਰੁੱਖ ਅਪਣਾਇਆ। ਆਰਡੀਪਥੇਕਸ ਰੈਮਿਡਸ ਹੀ ਉਹ ਪਹਿਲੇ ਬਾਂਦਰ ਸਨ ਜੋ ਭੋਜਨ ਤੇ ਨਵੇਂ ਘਰ ਦੀ ਤਲਾਸ਼ ਵਿੱਚ ਦਰਖਤਾਂ ਤੋਂ ਉਤਰ ਕੇ ਜ਼ਮੀਨ ਤੇ ਆਏ। ਲੱਖਾਂ ਸਾਲਾਂ ਦੇ ਇਸ ਵਿਕਾਸ ਵਿੱਚ ਬਾਂਦਰ ਅਫਰੀਕਾ ਦੇ ਹਰ ਖੇਤਰ ਵਿੱਚ ਫੈਲ ਗਏ ਸਨ, ਪਰ ਇਹਨਾਂ ਦੇ ਹੋਠ ਅਜੇ ਵੀ ਬਹੁਤ ਲੰਬੇ ਸਨ। ਦਰਖਤਾਂ ਤੇ ਇੱਧਰ ਉੱਧਰ ਝੂਲਣ ਕਰਕੇ ਹੱਥਾਂ ਦਾ ਆਕਾਰ ਬਿਲਕੁਲ ਪੈਰਾਂ ਵਰਗਾ ਹੀ ਸੀ। ਕਈ ਹਜ਼ਾਰਾਂ ਸਾਲਾਂ ਤੱਕ ਵਿਕਾਸ ਤੋਂ ਗੁਜ਼ਰਨ ਦੇ ਬਾਅਦ
ਇਹਨਾਂ ਦੇ ਸਰੀਰਕ ਢਾਂਚੇ ਵਿੱਚ ਵੀ ਕਾਫੀ ਬਦਲਾਅ ਆਇਆ। ਹੁਣ ਇਹ 2 ਪੈਰਾਂ ਤੇ ਬਿਹਤਰ ਤਰੀਕੇ ਨਾਲ ਚੱਲ ਸਕਦੇ ਸਨ, ਜਿਸ ਕਰਕੇ ਉਹ ਆਪਣੇ ਲਈ ਭੋਜਨ ਵੀ ਖੋਜ ਸਕਦੇ ਸਨ ਤੇ ਆਪਣੇ ਹੱਥਾਂ ਦੀ ਮਦਦ ਨਾਲ ਖਾ ਵੀ ਸਕਦੇ ਸਨ। ਸਮੇਂ ਦੇ ਨਾਲ-ਨਾਲ ਵਿਕਾਸ ਦੀ ਇਹ ਪ੍ਰਕਿਰਿਆ ਚੱਲਦੀ ਰਹੀ, ਜਿਸ ਕਰਕੇ ਬਾਂਦਰ ਦੀ ਸਰੀਰਕ ਬਣਾਵਟ ਦੇ ਨਾਲ-ਨਾਲ ਉਹਨਾਂ ਦੇ ਸਕਲ ਦੀ ਬਣਾਵਟ ਵਿੱਚ ਵੀ ਬਦਲਾਅ ਆਉਂਦਾ ਗਿਆ। ਪਹਿਲਾਂ ਜੋ ਸਿਰ ਆਕਾਰ ਵਿੱਚ ਛੋਟਾ ਸੀ, ਹੁਣ ਉਹ ਵੱਧਦਾ ਗਿਆ। 23 ਲੱਖ ਸਾਲ ਪਹਿਲਾਂ ਹੋਮੋ ਹੈਬਿਲਿਸ ਉਹ ਪੂਰਵਜ ਸਨ ਜਿਨ੍ਹਾਂ ਦੇ ਦਿਮਾਗ ਦਾ ਆਕਾਰ ਵੱਧ ਗਿਆ। ਆਕਾਰ ਵਧਣ ਦੇ ਨਾਲ ਇਹ ਵੀ ਜਾਣ ਗਏ ਕਿ ਦਿਮਾਗ ਦਾ ਇਸਤੇਮਾਲ ਬਚਾਅ ਲਈ ਕਿਵੇਂ ਕੀਤਾ ਜਾ ਸਕਦਾ ਹੈ। ਬੁੱਧੀ ਦਾ ਇਸਤੇਮਾਲ ਕਰਦੇ ਹੋਏ ਆਪਣੇ ਪੂਰਵਜਾਂ ਨੇ ਸਭ ਤੋਂ ਪਹਿਲਾਂ ਪੱਥਰਾਂ ਨੂੰ ਹਥਿਆਰ ਦੇ ਰੂਪ ਵਿੱਚ ਤਿੱਖਾ ਕਰਨਾ ਸਿੱਖਿਆ। ਹੋਮੋ ਹੈਬਿਲਿਸ ਜਾਣ ਗਏ ਸਨ ਕਿ ਪੱਥਰ ਨੂੰ ਹਥਿਆਰ ਦੇ ਰੂਪ ਵਿੱਚ ਕਿਵੇਂ ਇਸਤੇਮਾਲ ਕਰਨਾ ਹੈ। ਜਿਵੇਂ-ਜਿਵੇਂ ਇਹ ਜੀਵ ਹਥਿਆਰ ਨੂੰ ਇਸਤੇਮਾਲ ਵਿੱਚ ਲਿਆਉਂਦੇ ਗਏ, ਇਹਨਾਂ ਦੇ ਹੱਥਾਂ ਦੀਆਂ ਉਂਗਲੀਆਂ ਮਜ਼ਬੂਤ ਹੋਣੀਆਂ ਸ਼ੁਰੂ ਹੋਣ ਲੱਗ ਪਈਆਂ। ਹੁਣ ਇਹ ਜਾਣ ਗਏ ਕਿ ਹਥਿਆਰ ਨਾਲ ਕਿਸ ਤਰ੍ਹਾਂ ਸ਼ਿਕਾਰ ਕੀਤਾ ਜਾ ਸਕਦਾ ਹੈ ਅਤੇ ਆਪਣੀ ਭੁੱਖ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹੋਮੋ ਇਰੈਕਟਸ ਹੀ ਉਹ ਪੂਰਵਜ ਸਨ ਜਿਨ੍ਹਾਂ ਨੇ ਸਮੂਹ ਵਿੱਚ ਸ਼ਿਕਾਰ ਕਰਨਾ ਸ਼ੁਰੂ ਕੀਤਾ। ਨਾਲ ਹੀ ਇਹਨਾਂ ਨੇ ਅੱਗ ਦੀ ਖੋਜ ਕਰਕੇ ਇਨਸਾਨੀ ਇਤਿਹਾਸ ਨੂੰ ਬਦਲ ਦਿੱਤਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੱਗ ਹੀ ਮਾਨਵ ਇਤਿਹਾਸ ਦੀ ਸਭ ਤੋਂ ਵੱਡੀ ਖੋਜ ਸੀ। ਅੱਗ ਦੀ ਵਰਤੋਂ ਨਾਲ ਹੋਮੋ ਇਰੈਕਟਸ ਛੇਤੀ ਹੀ ਮਾਂਸ ਨੂੰ ਪਕਾ ਕੇ ਖਾਣਾ ਸਿੱਖ ਗਏ। ਅੱਗ ਦੀ ਖੋਜ ਨੇ ਆਪਣੇ ਪੂਰਵਜਾਂ ਨੂੰ ਨਾ ਸਿਰਫ ਠੰਡ ਤੋਂ ਰਾਹਤ ਦਿੱਤੀ, ਬਲਕਿ ਦਿਮਾਗ ਦੀ ਵਰਤੋਂ ਕਰਨ ਲਈ ਪ੍ਰੋਤਸਾਹਨ ਵੀ ਦਿੱਤਾ। ਪੱਕਿਆ ਹੋਇਆ ਭੋਜਨ ਖਾਣ ਨਾਲ ਉਹਨਾਂ ਦੀ ਕਾਫੀ ਊਰਜਾ ਬਚ ਗਈ ਅਤੇ ਉਹ ਆਪਣੀ ਇਸ ਊਰਜਾ ਨੂੰ ਦਿਮਾਗ ਦੇ ਵਿਕਾਸ ਲਈ ਇਸਤੇਮਾਲ ਕਰਨ ਲੱਗ ਪਏ, ਜਿਸ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਵੱਡੇ ਦਿਮਾਗ ਨਾਲ ਪੈਦਾ ਹੋਈਆਂ। ਇੱਕ ਵੱਡੇ ਦਿਮਾਗ ਨਾਲ ਅੱਜ ਤੋਂ 2 ਲੱਖ ਸਾਲ ਪਹਿਲਾਂ ਇਨਸਾਨ ਆਪਣੇ ਅੱਜ ਦੇ ਰੂਪ ਵਿੱਚ ਵਿਕਸਿਤ ਹੋਏ। ਉਹਨਾਂ ਦੀ ਆਵਾਜ਼ ਵਾਲੀ ਨਲੀ ਵੀ ਵਿਕਸਿਤ ਹੋ ਗਈ ਤੇ ਹੁਣ ਉਹ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢ ਸਕਦਾ ਸੀ ਤੇ ਆਪਣੇ ਲੋਕਾਂ ਨਾਲ ਸੰਚਾਰ ਕਰ ਸਕਦਾ ਸੀ। ਹੁਣ ਉਹ ਹੌਲੀ-ਹੌਲੀ ਇੱਕ ਸਮਾਜਿਕ ਢਾਂਚੇ ਵਿੱਚ ਰਹਿਣਾ ਸਿੱਖ ਰਿਹਾ ਸੀ, ਪਰ ਹਜੇ ਵੀ ਕਈ ਅਵਿਸ਼ਕਾਰ ਬਾਕੀ ਸਨ। ਆਪਣੇ ਲਈ ਇੱਕ ਘਰ, ਸਮਾਜ ਤੇ ਨਗਰ ਦਾ ਨਿਰਮਾਣ ਕਰਨਾ ਬਾਕੀ ਸੀ। ਪਰ ਐਵੋਲੂਸ਼ਨ ਦੀ ਇਸ ਮਹਾਂਗਾਥਾ ਨੂੰ ਇੱਕ ਛੋਟੀ ਜਿਹੀ ਵੀਡੀਓ ਵਿੱਚ ਸਮੇਟਣਾ ਸੌਖਾ ਕੰਮ ਨਹੀਂ। ਕਹਿਣ ਨੂੰ ਭਾਵੇਂ ਮਨੁੱਖ ਅੱਜ ਆਪਣੀ ਐਡਵਾਂਸਡ ਸਟੇਟ ਵਿੱਚ ਹੈ, ਪਰ ਅੱਜ ਵੀ ਐਵੋਲੂਸ਼ਨ ਜਾਰੀ ਹੈ। ਉਮੀਦ ਕਰਦੇ ਹਾਂ ਕਿ ਬਾਂਦਰ ਤੋਂ ਇਨਸਾਨ ਤੱਕ ਬਣਨ ਤੱਕ ਦਾ ਸਫ਼ਰ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਵੀਡੀਓ ਨੂੰ ਆਪਣੇ ਦੋਸਤ ਮਿੱਤਰਾਂ ਅਤੇ ਚਾਹਣ ਵਾਲਿਆਂ ਨਾਲ ਜ਼ਰੂਰ ਸਾਂਝਾ ਕਰੋ ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।